ਹੈਲੋ ਰਾਹੁਲ ਪੁੱਤ, ਮੈਂ ਤੈਨੂੰ ਕਿੰਨੇ ਦਿਨਾਂ ਤੋਂ ਫ਼ੋਨ ਲਗਾ ਰਿਹਾ ਹਾਂ, ਪਰ ਤੂੰ ਹੈ ਕਿ ਫ਼ੋਨ ਚੁੱਕਦਾ ਹੀ ਨਹੀਂ ਹੈ। ਪੁੱਤ ਤੂੰ ਤਾਂ ਜਾਣਦਾ ਹੀ ਹੈ ਆਪਣੀ ਮਾਂ ਦੀ ਹਾਲਤ ਦੇ ਬਾਰੇ ਵਿੱਚ। ਉਸਦੀ ਤਬੀਅਤ ਠੀਕ ਨਹੀਂ ਰਹਿੰਦੀ। ਹੁਣ ਤਾਂ ਉਸਦੀ ਹਾਲਤ ਹੋਰ ਵੀ ਜ਼ਿਆਦਾ ਵਿਗੜਨ ਲੱਗੀ ਹੈ। ਬਿਸਤਰ ਪਰ ਪਏ ਪਏ ਤੈਨੂੰ ਯਾਦ ਕਰਦੀ ਰਹਿੰਦੀ ਹੈ। ਪੁੱਤ ਕੁਝ ਸਮੇਂ ਕੱਢ ਕੇ ਮਾਂ ਨਾਲ ਮਿਲਣ ਆ ਜਾ। ਨੂੰਹ ਅਤੇ ਬੱਚਿਆਂ ਨੂੰ ਵੀ ਲੈਂਦੇ ਆਉਣਾ। ਤੇਰੀ ਮਾਂ ਹਿੰਮਤ ਹਾਰ ਚੁੱਕੀ ਹੈ। ਉਸ ਨੂੰ ਤੇਰੇ ਨਾਲ ਮਿਲ ਕੇ ਕੁਝ ਸਹਾਰਾ ਹੋ ਜਾਵੇਗਾ। ਹੁਣੇ ਮਨੋਹਰ ਲਾਲ ਜੀ ਆਪਣੀ ਗੱਲ ਕਹਿ ਹੀ ਰਹੇ ਸੀ ਕਿ ਰਾਹੁਲ ਨੇ ਆਪਣੀ ਮਜਬੂਰੀ ਬਿਆਨ ਕਰਨੀ ਸ਼ੁਰੂ ਕਰ ਦਿੱਤੀ। ਪਿਤਾ ਜੀ, ਇਸ ਹਫ਼ਤੇ ਤਾਂ ਮੈਨੂੰ ਕੋਈ ਛੁੱਟੀ ਨਹੀਂ ਮਿਲ ਪਾਵੇਗੀ ਅਤੇ ਤੁਹਾਨੂੰ ਤਾਂ ਪਤਾ ਹੀ ਹੈ ਮੈਂ ਇੱਥੇ ਹੀ ਆਪਣਾ ਨਵਾਂ ਮਕਾਨ ਬਣਵਾ ਰਿਹਾ ਹਾਂ। ਮੈਨੂੰ ਉੱਥੇ ਵੀ ਨਿਗਰਾਨੀ ਰੱਖਣੀ ਪੈਂਦੀ ਹੈ। ਇੱਥੇ ਮੇਰਾ ਰਹਿਣਾ ਬਹੁਤ ਜ਼ਰੂਰੀ ਹੈ। ਮੇਰਾ ਤੁਹਾਡੇ ਕੋਲ ਆਉਣਾ ਥੋੜ੍ਹਾ ਮੁਸ਼ਕਿਲ ਹੈ। ਤੁਸੀਂ ਮਾਂ ਦੀ ਦੇਖਭਾਲ ਦੇ ਲਈ ਇੱਕ ਨੌਕਰਾਣੀ ਰੱਖ ਲਓ। ਪੁੱਤ ਦਾ ਸਪਸ਼ਟ ਜਿਹਾ ਜਵਾਬ ਪਾ ਕੇ ਮਨੋਹਰ ਲਾਲ ਜੀ ਦੇ ਚਿਹਰੇ ਪਰ ਚਿੰਤਾ ਦੀ ਰੇਖਾਵਾਂ ਅਤੇ ਨਿਰਾਸ਼ਾ ਦੇ ਭਾਵ ਉਫਾਨ ਮਾਰਨ ਲੱਗੇ। ਉਹਨਾਂ ਦੀ ਅੱਖਾਂ ਹੰਝੂਆਂ ਨਾਲ ਭਰ ਉੱਠੀ। ਸੋਚਣ ਲੱਗੇ, ਨੌਕਰਾਣੀ ਤਾਂ ਮੈਂ ਰੱਖ ਸਕਦਾ ਹਾਂ। ਰੁਪਏ ਪੈਸੇ ਦੀ ਕਮੀ ਤਾਂ ਮੇਰੇ ਕੋਲ ਨਹੀਂ ਹੈ, ਪਰ ਇਹ ਅੱਜ-ਕੱਲ੍ਹ ਦੇ ਬੱਚਿਆਂ ਨੂੰ ਕੌਣ ਸਮਝਾਵੇ ਕਿ ਉਹਨਾਂ ਦੇ ਮਾਂ-ਬਾਪ ਨੂੰ ਕਿਸੇ ਪਰਾਏ ਤੋਂ ਜ਼ਿਆਦਾ ਆਪਣੇ ਦੀ ਜ਼ਰੂਰਤ ਹੈ। ਦਿਨ ਪ੍ਰਤੀ ਦਿਨ ਕੈਂਸਰ ਨਾਲ ਪੀੜਿਤ ਸ਼ਾਰਦਾ ਜੀ ਦੀ ਸਿਹਤ ਦਿਨੋਂ-ਦਿਨ ਵਿਗੜਦੀ ਜਾ ਰਹੀ ਸੀ ਅਤੇ ਮਨੋਹਰ ਲਾਲ ਜੀ ਦੇ ਦਿਲ ਦੇ ਕਿਸੇ ਕੋਨੇ ਵਿੱਚ ਇੱਕ ਅਣਜਾਣਾ ਜਿਹਾ ਡਰ ਵਧਣ ਲੱਗਾ। ਬਿਮਾਰ ਪਤਨੀ ਦੀ ਦੇਖ-ਰੇਖ ਦੇ ਲਈ ਉਹ ਸਾਰਾ ਦਿਨ ਉਸਦੇ ਬਿਸਤਰ ਦੇ ਕੋਲ ਹੀ ਬੈਠੇ ਰਹਿੰਦੇ। ਕਦੀ-ਕਦੀ ਤਾਂ ਸ਼ਾਰਦਾ ਜੀ ਪੁੱਛ ਬੈਠਦੀ, ਕਿਉਂ ਜੀ ਆਪਣੇ ਰਾਹੁਲ ਨੂੰ ਫ਼ੋਨ ਕਰਕੇ ਮੇਰੀ ਤਬੀਅਤ ਦੇ ਬਾਰੇ ਵਿੱਚ ਨਹੀਂ ਦੱਸਿਆ ਕਿਆ? ਇਹੋ ਜਿਹਾ ਕਿਹੜਾ ਕੰਮ ਹੈ ਜੋ ਆਪਣੀ ਮਾਂ ਤੋਂ ਵੱਧ ਕੇ ਹੋ ਗਿਆ ਉਸਦੇ ਲਈ? ਸੁਣੋ ਜੀ, ਜੇਕਰ ਸਾਡੇ ਪੁੱਤ ਨੂੰ ਛੁੱਟੀ ਨਹੀਂ ਮਿਲ ਪਾ ਰਹੀ ਤਾਂ ਅਸੀਂ ਹੀ ਉਸਦੇ ਘਰ ਚਲੇ ਜਾਂਦੇ ਹਾਂ। ਕੁਝ ਦਿਨਾਂ ਤੋਂ ਬਹੁਤ ਦਿਲ ਕਰ ਰਿਹਾ ਹੈ ਆਪਣੇ ਬੱਚਿਆਂ ਨਾਲ ਮਿਲਣੇ ਦਾ। ਫਿਰ ਮਨੋਹਰ ਲਾਲ ਜੀ ਫਿੱਕੀ ਮੁਸਕਰਾਹਟ ਦੇ ਕੇ ਝੂਠੀ ਤਸੱਲੀ ਦੇਣ ਲੱਗੇ ਅਤੇ ਕਹਿੰਦੇ ਕਿ ਤੇਰੇ ਲਾਡਲੇ ਨੇ ਇੱਥੇ ਆਉਣੇ ਦੇ ਲਈ ਪੂਰੇ ਹਫ਼ਤੇ ਦੀ ਛੁੱਟੀ ਦੇ ਲਈ ਅਪਲਾਈ ਕੀਤਾ ਹੋਇਆ ਹੈ। ਇਸ ਲਈ ਆਉਣੇ ਵਿੱਚ ਕੁਝ ਸਮੇਂ ਲੱਗ ਰਿਹਾ ਹੈ। ਹੁਣ ਤਾਂ ਸ਼ਾਰਦਾ ਜੀ ਵੀ ਜਾਣ ਗਈ ਸੀ ਕਿ ਇਹ ਸਭ ਗੱਲਾਂ ਉਹਨਾਂ ਦੇ ਪਤੀ ਉਹਨਾਂ ਦਾ ਦਿਲ ਰੱਖਣੇ ਦੇ ਲਈ ਕਹਿ ਰਹੇ ਹਨ। ਨਹੀਂ ਤਾਂ ਦਿੱਲੀ ਇੱਥੇ ਤੋਂ ਹੈ ਹੀ ਕਿੰਨਾ ਦੂਰ। ਇਸ ਸਮੇਂ ਇਸ ਅਣਗੌਲੇ ਬਜ਼ੁਰਗ ਜੋੜੇ ਦੇ ਕੋਲ ਐਸਾ ਕੋਈ ਆਪਣਾ ਨਹੀਂ ਸੀ ਜਿਸ ਨਾਲ ਉਹ ਆਪਣਾ ਦੁੱਖ ਸਾਂਝਾ ਕਰ ਸਕਣ। ਉਹ ਦੋਵੇਂ ਇੱਕ ਦੂਸਰੇ ਨੂੰ ਹੀ ਤਸੱਲੀ ਦੇ ਕੇ ਰਹਿ ਜਾਂਦੇ ਸੀ। ਮਨੋਹਰ ਜੀ ਆਪਣੀ ਪਤਨੀ ਨੂੰ ਕਹਿੰਦੇ ਕਿ ਸ਼ਾਇਦ ਸਾਡੀ ਕਿਸਮਤ ਖਰਾਬ ਹੈ ਜੋ ਸਾਨੂੰ ਆਪਣੇ ਪੁੱਤ ਨੂੰ ਅਤੇ ਪੋਤੇ-ਪੋਤੀ ਦੇ ਨਾਲ ਰਹਿਣ ਦਾ ਵੀ ਸੁੱਖ ਨਸੀਬ ਨਹੀਂ ਹੋ ਪਾ ਰਿਹਾ। ਪੋਤੇ-ਪੋਤੀ ਨੂੰ ਆਪਣੀ ਗੋਦ ਵਿੱਚ ਖਿਡਾਉਣੇ ਅਤੇ ਉਹਨਾਂ ਨੂੰ ਨਾਲ ਲਾਡ ਕਰਨੇ ਦਾ ਅਰਮਾਨ ਤਾਂ ਅਰਮਾਨ ਹੀ ਰਹਿ ਗਿਆ। ਇਸ ਪਰ ਸ਼ਾਰਦਾ ਜੀ ਆਪਣੇ ਪਤੀ ਨੂੰ ਭਾਵੁਕ ਸਹਾਰਾ ਦਿੰਦੇ ਹੋਏ ਕਹਿੰਦੀ ਹਨ, ਤੁਸੀਂ ਤਾਂ ਆਪਣਾ ਦਿਮਾਗ ਬੇਕਾਰ ਦੀ ਗੱਲਾਂ ਵਿੱਚ ਲਗਾਏ ਰੱਖਦੇ ਹੋ। ਪੁੱਤ ਦੀ ਆਪਣੀ ਵੀ ਤਾਂ ਜ਼ਿੰਦਗੀ ਹੈ। ਉਹ ਆਪਣੇ ਪੈਰਾਂ ਪਰ ਖੜਾ ਹੈ, ਖੁਸ਼ ਹੈ। ਇਸ ਤੋਂ ਜ਼ਿਆਦਾ ਸਾਨੂੰ ਹੋਰ ਕਿਆ ਚਾਹੀਦਾ? ਸਾਨੂੰ ਉਸਦੀ ਖੁਸ਼ੀਆਂ ਵਿੱਚ ਆਪਣੀ ਖੁਸ਼ੀਆਂ ਦੇਖਣੀ ਚਾਹੀਦੀ। ਪਰ ਫਿਰ ਵੀ ਸ਼ਾਰਦਾ, ਕਿਆ ਪੁੱਤ ਦਾ ਕੋਈ ਫਰਜ਼ ਨਹੀਂ ਬਣਦਾ? ਜਿਸਦੀ ਕਿਸਮਤ ਵਿੱਚ ਜਿੰਨਾ ਲਿਖਿਆ ਹੈ ਉਹ ਉਸ ਨੂੰ ਮਿਲ ਕੇ ਹੀ ਰਹਿੰਦਾ ਹੈ। ਸ਼ਾਇਦ ਸਾਡੀ ਕਿਸਮਤ ਵਿੱਚ ਬੱਚਿਆਂ ਦਾ ਸੁੱਖ ਇੰਨਾ ਹੀ ਸੀ। ਅਸੀਂ ਬੇਕਾਰ ਵਿੱਚ ਹੀ ਉਸਦੇ ਆਉਣੇ ਦੀ ਉਮੀਦ ਪਾਲੇ ਰਹਿੰਦੇ ਹਾਂ। ਉਸਦੀ ਦੁਨੀਆ ਵਿੱਚ ਹੁਣ ਉਸਦੇ ਆਪਣੇ ਬੀਵੀ ਬੱਚੇ
ਅਤੇ ਸ਼ਹਿਰ ਦੇ ਪੜ੍ਹੇ ਲਿਖੇ ਲੋਕ ਹਨ। ਹੁਣ ਉਸਦੀ ਦੁਨੀਆ ਵਿੱਚ ਸਾਡੀ ਕੋਈ ਜਗ੍ਹਾ ਨਹੀਂ ਹੈ। ਇਵੇਂ ਹੀ ਦੋਵੇਂ ਇੱਕ ਦੂਸਰੇ ਨੂੰ ਤਸੱਲੀ ਦੇ ਕੇ ਰਹਿ ਜਾਂਦੇ ਸੀ ਅਤੇ ਇੱਕ ਦੂਸਰੇ ਦੇ ਦੁੱਖਾਂ ਨੂੰ ਵੰਡਣੇ ਦੀ ਕੋਸ਼ਿਸ਼ ਕਰਦੇ ਸੀ। ਘਰ ਦਾ ਕਾਮਕਾਜ ਸੰਭਾਲਣੇ ਦੇ ਲਈ ਵੀ ਮਨੋਹਰ ਜੀ ਨੇ ਇੱਕ ਨੌਕਰ ਰੱਖ ਲਿਆ ਸੀ। ਨੌਕਰ ਰੱਖਣੇ ਨਾਲ ਉਹਨਾਂ ਨੂੰ ਇਸ ਗੱਲ ਦੀ ਤਸੱਲੀ ਰਹਿੰਦੀ ਸੀ ਕਿ ਚਲੋ ਕੋਈ ਤਾਂ ਇਸ ਅਵਸਥਾ ਵਿੱਚ ਉਹਨਾਂ ਦੇ ਨਾਲ ਹੈ ਜੋ ਉਹਨਾਂ ਦੇ ਮੁਸ਼ਕਿਲ ਸਮੇਂ ਵਿੱਚ ਉਹਨਾਂ ਨੂੰ ਸੰਭਾਲ ਲਵੇਗਾ। ਕੁਝ ਦਿਨ ਇਵੇਂ ਹੀ ਬੀਤੇ, ਪਰ ਸ਼ਾਰਦਾ ਜੀ ਦੀ ਬਿਮਾਰੀ ਵੱਧਦੀ ਹੀ ਜਾ ਰਹੀ ਸੀ। ਹੁਣ ਤਾਂ ਦਵਾਈਆਂ ਵੀ ਉਹਨਾਂ ਦੀ ਬਿਮਾਰੀ ਦੇ ਸਾਹਮਣੇ ਹਿੰਮਤ ਹਾਰਨ ਲੱਗੀ ਸੀ। ਪਰ ਕਿਆ ਮਜਾਲ, ਉਹਨਾਂ ਦਾ ਪੁੱਤ ਉਹਨਾਂ ਦਾ ਹਾਲ ਚਾਲ ਪੁੱਛਣ ਵੀ ਆਇਆ ਹੋ। ਆਪਣੀ ਪਤਨੀ ਦੀ ਚਿੰਤਾ ਵਿੱਚ ਡੁੱਬੇ ਮਨੋਹਰ ਲਾਲ ਜੀ ਨੇ ਬੜੇ ਭਾਰੀ ਦਿਲ ਨਾਲ, ਨਾ ਚਾਹੁੰਦੇ ਹੋਏ ਵੀ ਆਪਣੇ ਪੁੱਤ ਨੂੰ ਫਿਰ ਤੋਂ ਫੋਨ ਕੀਤਾ। ਹੰਝੂ ਭਰੀ ਆਵਾਜ਼ ਵਿੱਚ ਬੋਲੇ, ਪੁੱਤ ਤੇਰੀ ਮਾਂ ਦੀ ਹਾਲਤ ਹੁਣ ਜ਼ਿਆਦਾ ਵਿਗੜਨ ਲੱਗੀ ਹੈ। ਇੱਥੇ ਵੀ ਡਾਕਟਰ ਨੂੰ ਦਿਖਾ ਦਿੱਤਾ, ਪਰ ਡਾਕਟਰ ਨੇ ਕਿਹਾ ਹੈ ਕਿ ਤੇਰੀ ਮਾਂ ਨੂੰ ਕਿਸੇ ਬੜੇ ਹਸਪਤਾਲ ਵਿੱਚ ਲੈ ਜਾਣੇ ਦੀ ਲੋੜ ਹੈ। ਉਹਨਾਂ ਨੇ ਦਿੱਲੀ ਦੇ ਏਮਜ਼ ਹੌਸਪੀਟਲ ਵਿੱਚ ਲੈ ਜਾਣੇ ਦੀ ਸਲਾਹ ਦਿੱਤੀ ਹੈ। ਉਸਦੀ ਇਹ ਹਾਲਤ ਹੁਣ ਮੇਰੇ ਤੋਂ ਦੇਖੀ ਨਹੀਂ ਜਾ ਰਹੀ। ਤੂੰ ਜਲਦੀ ਨਾਲ ਆ ਕੇ ਸਾਨੂੰ ਲੈ ਜਾ। ਤੇਰੀ ਮਾਂ ਨੂੰ ਜਲਦੀ ਤੋਂ ਜਲਦੀ ਚੰਗੇ ਇਲਾਜ ਦੀ ਜ਼ਰੂਰਤ ਹੈ। ਇਸ ਪਰ ਪੁੱਤ ਨੇ ਜਵਾਬ ਦਿੱਤਾ, ਮੈਂ ਕਿਸੇ ਕੰਮ ਤੋਂ ਮੁੰਬਈ ਆਇਆ ਹੋਇਆ ਹਾਂ। ਤੁਸੀਂ ਮਾਂ ਨੂੰ ਐਂਬੂਲੈਂਸ ਵਿੱਚ ਦਿੱਲੀ ਦੇ ਏਮਜ਼ ਹੌਸਪੀਟਲ ਵਿੱਚ ਲੈ ਕੇ ਆ ਜਾਓ। ਮੈਨੂੰ 2 ਦਿਨ ਲੱਗਣਗੇ ਵਾਪਸ ਦਿੱਲੀ ਆਉਣੇ ਵਿੱਚ। ਪੁੱਤ ਦੇ ਕਹਿਣੇ ਅਨੁਸਾਰ ਮਨੋਹਰ ਜੀ ਸ਼ਾਰਦਾ ਜੀ ਨੂੰ ਐਂਬੂਲੈਂਸ ਵਿੱਚ ਦਿੱਲੀ ਲੈ ਕੇ ਆ ਗਏ ਅਤੇ ਹੌਸਪੀਟਲ ਵਿੱਚ ਉਹਨਾਂ ਨੂੰ ਐਡਮਿਟ ਕਰਵਾ ਦਿੱਤਾ। ਡਾਕਟਰਾਂ ਨੇ ਤੁਰੰਤ ਇਲਾਜ ਸ਼ੁਰੂ ਕਰ ਦਿੱਤਾ, ਪਰ ਬੀਤਦੇ ਹੋਏ ਹਰ ਪਲ ਦੇ ਨਾਲ ਸ਼ਾਰਦਾ ਜੀ ਦੇ ਬਚਣੇ ਦੀ ਉਮੀਦ ਵੀ ਘੱਟ ਹੋਣ ਲੱਗੀ ਸੀ। ਪਰ ਮਨੋਹਰ ਲਾਲ ਜੀ ਨੂੰ ਇਸ ਗੱਲ ਦੀ ਤਸੱਲੀ ਸੀ ਕਿ ਆਪਣੇ ਪੁੱਤ ਨੂੰ ਅਤੇ ਪੋਤੇ ਪੋਤੀ ਦੀ ਇੱਕ ਝਲਕ ਪਾਉਣੇ ਨੂੰ ਤਰਸਦੀ ਹੋਈ ਸ਼ਾਰਦਾ ਦੀ ਇਹ ਇੱਛਾ ਤਾਂ ਘੱਟ ਤੋਂ ਘੱਟ ਪੂਰੀ ਹੋ ਜਾਵੇਗੀ। ਪਰੰਤੂ ਮਨੋਹਰ ਲਾਲ ਜੀ ਦੀ ਇਹ ਸੋਚ ਸਿਰਫ ਇੱਕ ਭਰਮ ਮਾਤਰ ਸੀ। ਉਹ ਹਰ ਦਿਨ ਸੂਰਜ ਨਿਕਲਦੇ ਹੀ ਦਰਵਾਜ਼ੇ ਪਰ ਟਕਟਕੀ ਲਗਾਏ ਇੱਕ ਆਸ਼ਾ ਭਰੀ ਨਿਗਾਹ ਲਈ ਆਪਣੇ ਪੁੱਤ ਦਾ ਇੰਤਜ਼ਾਰ ਕਰਦੇ, ਪਰ ਹਰ ਸ਼ਾਮ ਨੂੰ ਉਹਨਾਂ ਦਾ ਭਰੋਸਾ ਦਮ ਤੋੜ ਦਿੰਦਾ। ਹਰ ਬੀਤਦਾ ਦਿਨ ਹੁਣ ਉਹਨਾਂ ਨੂੰ ਆਪਣੇ ਪੁੱਤ ਦੀ ਫਿਤਰਤ ਦਾ ਅਹਿਸਾਸ ਕਰਵਾਉਣ ਲੱਗਾ। ਫਿਰ ਇੱਕ ਦਿਨ ਐਸਾ ਵੀ ਆਇਆ ਜਦ ਡਾਕਟਰਾਂ ਨੇ ਉਹਨਾਂ ਦੀ ਠੀਕ ਹੋਣੇ ਦੀ ਉਮੀਦ ਨੂੰ ਬਿਲਕੁਲ ਨਕਾਰ ਦਿੱਤਾ ਅਤੇ ਮਨੋਹਰ ਲਾਲ ਜੀ ਨੂੰ ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ ਕਿ ਹਸਪਤਾਲ ਦੇ ਇਲਾਜ ਤੋਂ ਜ਼ਿਆਦਾ ਉਹਨਾਂ ਨੂੰ ਆਪਣਿਆਂ ਦੇ ਸਾਥ ਦੀ ਲੋੜ ਹੈ। ਇਹ ਸੁਣ ਕੇ ਮਨੋਹਰ ਲਾਲ ਜੀ ਅੰਦਰ ਤੱਕ ਟੁੱਟ ਚੁੱਕੇ ਸੀ। ਆਪਣੀ ਪਤਨੀ ਦਾ ਹੱਥ ਆਪਣੇ ਹੱਥਾਂ ਵਿੱਚ ਲਈ ਮਨੋਹਰ ਲਾਲ ਜੀ ਦੁੱਖ ਵਿੱਚ ਡੁੱਬੇ ਉਹਨਾਂ ਦੇ ਕੋਲ ਬੈਠੇ ਹੋਏ ਸੀ। ਜਦੀ ਸ਼ਾਰਦਾ ਜੀ ਨੇ ਕਿਹਾ, ਸੁਣੋ ਜੀ, ਮੈਨੂੰ ਪਤਾ ਹੈ ਮੈਂ ਕੁਝ ਹੀ ਦਿਨਾਂ ਦੀ ਮਹਿਮਾਨ ਹਾਂ। ਬਸ ਮੇਰੀ ਇੱਕ ਆਖਰੀ ਇੱਛਾ ਪੂਰੀ ਕਰ ਦੇਵੋ, ਮੈਨੂੰ ਮੇਰੇ ਪੁੱਤ ਨਾਲ ਮਿਲਵਾ ਦੇਵੋ। ਆਪਣੀ ਪਤਨੀ ਦੀ ਇੱਛਾ ਪੂਰੀ ਕਰਨੇ ਦੇ ਲਈ ਉਹਨਾਂ ਨੇ ਕੰਬਦੇ ਹੱਥਾਂ ਨਾਲ ਆਪਣੇ ਪੁੱਤ ਨੂੰ ਫੋਨ ਲਗਾਇਆ, ਪਰ ਰਾਹੁਲ ਨੇ ਅੱਜ ਵੀ ਫੋਨ ਨਹੀਂ ਚੁੱਕਿਆ। ਆਪਣੇ ਆਪ ਨੂੰ ਜਿਵੇਂ ਤਿਵੇਂ ਸੰਭਾਲਦੇ ਹੋਏ ਉਹਨਾਂ ਨੇ ਆਪਣੀ ਪਤਨੀ ਨੂੰ ਪੁੱਤ ਦੇ ਘਰ ਲੈ ਜਾਣੇ ਦਾ ਫੈਸਲਾ ਲਿਆ। ਆਪਣੀ ਬਿਮਾਰ ਪਤਨੀ ਨੂੰ ਐਂਬੂਲੈਂਸ ਵਿੱਚ ਅਸਿਸਟੈਂਟ ਡਾਕਟਰ ਦੀ ਦੇਖਰੇਖ ਵਿੱਚ ਲੈ ਕੇ ਜਾਂਦੇ ਹੋਏ ਮਨੋਹਰ ਲਾਲ ਜੀ ਸੋਚਣ ਲੱਗੇ, ਅਸੀਂ ਦੋਵੇਂ ਹੀ ਤਾਂ ਇੱਕ ਦੂਸਰੇ ਦੇ ਸੁੱਖ ਦੁੱਖ ਦਾ ਸਹਾਰਾ ਹਾਂ। ਹੁਣ ਜੇਕਰ ਸ਼ਾਰਦਾ ਨੂੰ ਕੁਝ ਹੋ ਗਿਆ ਤਾਂ ਇਸ ਦੁਨੀਆ ਵਿੱਚ ਰਹਿਣਾ ਮੇਰੇ ਲਈ ਸਜ਼ਾ ਤੋਂ ਘੱਟ ਨਹੀਂ ਹੋਵੇਗਾ। ਇਹ ਸੋਚਦੇ ਹੋਏ ਉਹਨਾਂ ਨੇ ਆਪਣੀ ਪਤਨੀ ਦੀ ਤਰਫ ਦੇਖਿਆ ਤਾਂ ਸ਼ਾਰਦਾ ਦੇ ਸਰੀਰ ਵਿੱਚ ਕੋਈ ਹਰਕਤ ਨਹੀਂ ਸੀ। ਐਂਬੂਲੈਂਸ ਵਿੱਚ ਮੌਜੂਦ ਡਾਕਟਰ ਨੇ ਚੈੱਕ ਕੀਤਾ
ਤਾਂ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਆਪਣੇ ਪੁੱਤ ਨੂੰ ਅਤੇ ਉਹਨਾਂ ਦੇ ਬੱਚਿਆਂ ਨਾਲ ਮਿਲਣੇ ਦੀ ਅਧੂਰੀ ਹਸਰਤ ਲਈ ਸ਼ਾਰਦਾ ਜੀ ਦੀ ਅੱਖਾਂ ਹਮੇਸ਼ਾ ਦੇ ਲਈ ਬੰਦ ਹੋ ਗਈ। ਸ਼ਾਰਦਾ ਜੀ ਦੀ ਮੌਤ ਨੇ ਤਾਂ ਜਿਵੇਂ ਮਨੋਹਰ ਜੀ ਦੀ ਜਾਨ ਹੀ ਕੱਢ ਲਈ ਸੀ। ਆਪਣੀ ਪਤਨੀ ਦੇ ਮ੍ਰਿਤਕ ਸਰੀਰ ਨੂੰ ਦੇਖ ਕੇ ਹੰਝੂ ਵਹਾਉਣੇ ਦੇ ਇਲਾਵਾ ਉਹਨਾਂ ਦੇ ਕੋਲ ਹੋਰ ਕੋਈ ਚਾਰਾ ਨਹੀਂ ਸੀ। ਉਹ ਐਂਬੂਲੈਂਸ ਵਿੱਚ ਆਪਣੇ ਪੁੱਤ ਦੇ ਫਲੈਟ ਦੇ ਬਾਹਰ ਤੱਕ ਪਹੁੰਚ ਚੁੱਕੇ ਸੀ, ਪਰ ਜਦ ਸ਼ਾਰਦਾ ਹੀ ਨਹੀਂ ਰਹੀ ਤਾਂ ਪੁੱਤ ਦੇ ਘਰ ਜਾਣੇ ਦਾ ਕਿਆ ਮਤਲਬ। ਇਹ ਸੋਚ ਕੇ ਉਸੀ ਐਂਬੂਲੈਂਸ ਤੋਂ ਆਪਣੀ ਮ੍ਰਿਤਕ ਪਤਨੀ ਨੂੰ ਲੈ ਕੇ ਵਾਪਿਸ ਪਿੰਡ ਦੀ ਤਰਫ ਚੱਲ ਦਿੱਤੇ। ਦਿਲ ਪਰ ਪੱਥਰ ਰੱਖ ਕੇ ਮਨੋਹਰ ਲਾਲ ਜੀ ਨੇ ਪੁੱਤ ਨੂੰ ਫੋਨ ਕਰਕੇ ਉਸ ਨੂੰ ਇਹ ਦੁੱਖ ਭਰੀ ਖਬਰ ਸੁਣਾ ਦਿੱਤੀ। 2 ਦਿਨ ਬੀਤ ਗਏ ਸੀ, ਪਰ ਪੁੱਤ ਹੁਣੇ ਤੱਕ ਘਰ ਨਹੀਂ ਪਹੁੰਚਿਆ ਸੀ। ਮਜਬੂਰਨ ਪੁੱਤ ਦੀ ਗੈਰ ਮੌਜੂਦਗੀ ਵਿੱਚ ਹੀ ਸ਼ਾਰਦਾ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ ਸੀ। ਆਪਣੇ ਘਰ ਦੇ ਬਰਾਂਡੇ ਵਿੱਚ ਬੈਠੇ ਹੋਏ ਮਨੋਹਰ ਲਾਲ ਜੀ ਵਾਰ-ਵਾਰ ਇਹੀ ਸੋਚ ਕੇ ਦੁਖੀ ਹੋ ਰਹੇ ਸੀ ਕਿ ਸ਼ਾਰਦਾ ਦੇ ਬਿਨਾਂ ਹੁਣ ਅੱਗੇ ਦੀ ਜ਼ਿੰਦਗੀ ਉਹ ਕਿਵੇਂ ਕੱਟਣਗੇ। ਸ਼ਾਰਦਾ ਸੀ ਤਾਂ ਘੱਟ ਤੋਂ ਘੱਟ ਕਿਸੇ ਆਪਣੇ ਦੇ ਹੋਣੇ ਦਾ ਅਹਿਸਾਸ ਤਾਂ ਰਹਿੰਦਾ ਸੀ, ਨਹੀਂ ਤਾਂ ਪੁੱਤ ਹੁੰਦੇ ਹੋਏ ਵੀ ਉਹ ਬੇਸਹਾਰਾ ਹੀ ਸੀ। ਉਹਨਾਂ ਦੇ ਮਨ ਵਿੱਚ ਵਾਰ-ਵਾਰ ਪ੍ਰਸ਼ਨ ਉੱਠ ਰਹੇ ਸੀ, ਜੇਕਰ ਬੁਢਾਪਾ ਇਸ ਦਰਦ ਦਾ ਨਾਮ ਹੈ ਤਾਂ ਇਹ ਕਿਉਂ ਆਉਂਦਾ ਹੈ? ਕਿਉਂ ਬੱਚੇ ਇਸ ਉਮਰ ਵਿੱਚ ਆਪਣੇ ਮਾਂ-ਬਾਪ ਤੋਂ ਦੂਰੀ ਬਣਾ ਲੈਂਦੇ ਹਨ? ਕਿ ਉਹਨਾਂ ਨੂੰ ਦੁੱਖ ਝੱਲਣ ਦੇ ਲਈ ਇਕੱਲਾ ਛੱਡ ਦਿੰਦੇ ਹਨ? ਅੱਜ ਮਨੋਹਰ ਲਾਲ ਜੀ ਦੀ ਪਤਨੀ ਦੀ ਮੌਤ ਹੋਏ 5 ਦਿਨ ਹੋ ਚੁੱਕੇ ਸੀ, ਪਰ ਹੁਣੇ ਤੱਕ ਉਹਨਾਂ ਦੇ ਪੁੱਤ ਨੇ ਆਉਣਾ ਜ਼ਰੂਰੀ ਨਹੀਂ ਸਮਝਿਆ ਸੀ। ਸੋਚਣ ਲੱਗੇ ਕਿ ਜਦ ਇਸੀ ਪੁੱਤ ਨੂੰ ਸ਼ਾਰਦਾ ਤਕਲੀਫ ਵਿੱਚ ਦੇਖਦੀ ਸੀ ਤਾਂ ਬੇਚੈਨ ਹੋ ਉੱਠਦੀ ਸੀ, ਪਰੰਤੂ ਆਪਣੇ ਮਾਤਾ-ਪਿਤਾ ਨੂੰ ਇੰਨੇ ਕਸ਼ਟ ਦੇਣੇ ਦੇ ਬਾਅਦ ਵੀ ਉਹਨਾਂ ਦੇ ਪੁੱਤ ਵਿੱਚ ਜ਼ਰਾ ਵੀ ਬੇਚੈਨੀ ਦਾ ਅਹਿਸਾਸ ਨਹੀਂ ਹੋਇਆ। ਵੱਡੇ ਹੋ ਕੇ ਆਪਣੇ ਹੀ ਬੱਚੇ ਇੰਨੇ ਸਵਾਰਥੀ ਅਤੇ ਪੱਥਰ ਦਿਲ ਕਿਵੇਂ ਹੋ ਜਾਂਦੇ ਹਨ? ਮਨੋਹਰ ਲਾਲ ਜੀ ਦੀ ਅੱਖਾਂ ਤੋਂ ਰੋ ਕੇ ਲਾਲ ਹੋ ਚੁੱਕੀ ਸੀ। ਆਪਣੀ ਪਤਨੀ ਦੀ ਬੇਵਕਤੀ ਮੌਤ ਮੰਨੋ ਉਹਨਾਂ ਦੀ ਅੱਖਾਂ ਦੇ ਪਾਣੀ ਨੂੰ ਖਤਮ ਕਰਨ ਲੱਗੀ ਸੀ। ਹੁਣ ਤਾਂ ਐਸਾ ਲੱਗ ਰਿਹਾ ਸੀ ਮੰਨੋ ਇਹਨਾਂ ਅੱਖਾਂ ਵਿੱਚ ਤੋਂ ਖੂਨ ਵਹਿਣ ਲੱਗੇਗਾ। ਸ਼ਾਰਦਾ ਨੇ ਤਾਂ ਆਪਣੇ ਪੁੱਤ ਨੂੰ ਥੋੜ੍ਹੀ ਜਿਹੀ ਵੀ ਦੁੱਖ ਤਕਲੀਫ ਦਾ ਅਹਿਸਾਸ ਤੱਕ ਨਹੀਂ ਹੋਣ ਦਿੱਤਾ ਸੀ। ਫਿਰ ਉਹੀ ਉਸਦੀ ਅੰਤਿਮ ਯਾਤਰਾ ਵਿੱਚ ਕਿਉਂ ਨਹੀਂ ਆਇਆ, ਜਿਸ ਦੀ ਇੱਕ ਮੰਗ ਪਰ ਸ਼ਾਰਦਾ ਦੁਨੀਆ ਭਰ ਦੇ ਪਕਵਾਨ ਬਣਾ ਦਿਆ ਕਰਦੀ ਸੀ। ਉਸਦੀ ਜ਼ਰਾ ਜਿਹੀ ਤਕਲੀਫ ਦੇ ਲਈ ਆਸ-ਪਾਸ ਦੇ ਵੈਦ ਹਕੀਮਾਂ ਨੂੰ ਇਕੱਠਾ ਕਰ ਲੈਂਦੀ ਸੀ। ਉਸਦੀ ਇੱਛਾ ਨੂੰ ਜ਼ੁਬਾਨ ਪਰ ਆਉਣੇ ਤੋਂ ਪਹਿਲਾਂ ਹੀ ਪੂਰਾ ਕਰ ਦਿੰਦੀ ਸੀ। ਉਸਨੇ ਤਾਂ ਆਪਣੀ ਮਮਤਾ ਵਿੱਚ ਕਦੀ ਕੋਈ ਕਮੀ ਨਹੀਂ ਆਉਣ ਦਿੱਤੀ ਸੀ। ਉਹੀ ਪੁੱਤ ਹੁਣ ਉਸਦੇ ਬਿਮਾਰ ਹੋਣੇ ਪਰ ਤਾਂ ਕਿਆ, ਅੰਤਿਮ ਵਿਦਾਈ ਪਰ ਆਉਣੇ ਦੇ ਲਈ ਵੀ ਸਮੇਂ ਨਹੀਂ ਕੱਢ ਪਾਇਆ ਸੀ। ਮਨੋਹਰ ਲਾਲ ਜੀ ਸੋਚਣ ਲੱਗੇ ਕਿ ਜਦ 2 ਸਾਲ ਪਹਿਲਾਂ ਰਾਹੁਲ ਪਿੰਡ ਵਿੱਚ ਆਇਆ ਸੀ ਤਾਂ ਮਨੋਹਰ ਅਤੇ ਸ਼ਾਰਦਾ ਜੀ ਨੇ ਉਸਦੇ ਨਾਲ ਚੱਲਣੇ ਦਾ ਜ਼ਿਕਰ ਕੀਤਾ ਸੀ। ਉਹਨਾਂ ਦੀ ਮਾਡਰਨ ਨੂੰਹ ਦਾ ਤਾਂ ਇਹ ਗੱਲ ਸੁਣਦੇ ਹੀ ਚਿਹਰਾ ਉੱਤਰ ਜਿਹਾ ਗਿਆ ਸੀ। ਨਾ ਜਾਣੇ ਦੋਨਾਂ ਨੇ ਇਕੱਲੇ ਵਿੱਚ ਕਿਆ ਗੱਲਾਂ ਕੀਤੀ। ਅਗਲੇ ਦਿਨ ਜਦ ਉਹਨਾਂ ਦੇ ਨਾਲ ਚੱਲਣੇ ਦਾ ਸਮੇਂ ਆਇਆ ਤਾਂ ਰਾਹੁਲ ਨੇ ਟਾਲ ਮਟੋਲ ਕਰਦੇ ਹੋਏ ਕਿਹਾ, ਪਿਤਾ ਜੀ, ਇੱਥੇ ਦੀ ਢੇਰ ਸਾਰੀ ਜ਼ਮੀਨ ਤਾਂ ਖਰਾਬ ਹੋ ਜਾਵੇਗੀ। ਇੱਥੇ ਦੀ ਖੇਤੀ ਨੂੰ ਸੰਭਾਲਣਾ ਵੀ ਤਾਂ ਜ਼ਰੂਰੀ ਹੈ, ਇਸ ਲਈ ਤੁਸੀਂ ਦੋਨੋਂ ਇੱਥੇ ਹੀ ਰਹੋ। ਪੁੱਤ ਰਾਹੁਲ ਦੀ ਹਾਂ ਵਿੱਚ ਹਾਂ ਮਿਲਾਉਂਦੇ ਹੋਏ ਨੂੰਹ ਵੀ ਬੋਲੀ, ਇਹ ਠੀਕ ਕਹਿ ਰਹੇ ਹਨ ਪਿਤਾ ਜੀ। ਇਸ ਬੁਢਾਪੇ ਵਿੱਚ ਦਿੱਲੀ ਸ਼ਹਿਰ ਦਾ ਪ੍ਰਦੂਸ਼ਣ ਭਰਾ ਵਾਤਾਵਰਣ ਤੁਹਾਡੀ ਸਿਹਤ ਦੇ ਲਈ ਵੈਸੇ ਵੀ ਚੰਗਾ ਨਹੀਂ ਹੈ। ਪਿੰਡ ਦਾ ਸਾਫ਼ ਅਤੇ ਸਵੱਛ ਵਾਤਾਵਰਣ ਹੀ ਤੁਸੀਂ ਦੋਨਾਂ ਦੀ ਸਿਹਤ ਦੇ ਲਈ ਉਚਿਤ ਰਹੇਗਾ।
ਮਨੋਹਰ ਜੀ ਨੇ ਤਾਂ ਉਸੇ ਦਿਨ ਹੀ ਪੁੱਤ ਨੂੰਹ ਦੇ ਮਨ ਨੂੰ ਟਟੋਲ ਲਿਆ ਸੀ। ਉਹਨਾਂ ਨੂੰ ਮਨ ਹੀ ਮਨ ਅਹਿਸਾਸ ਹੋ ਰਿਹਾ ਸੀ ਕਿ ਹੁਣ ਆਪਣੇ ਪੁੱਤ ਦੇ ਸਹਾਰੇ ਦੀ ਉਮੀਦ ਰੱਖਣਾ ਹੀ ਬੇਕਾਰ ਹੈ। ਪਰ ਉਸ ਸਮੇਂ ਤਾਂ ਉਹਨਾਂ ਦੇ ਕੋਲ ਆਪਣੀ ਪਤਨੀ ਦਾ ਸਹਾਰਾ ਸੀ। ਹੁਣ ਤਾਂ ਉਹ ਸਹਾਰਾ ਵੀ ਭਗਵਾਨ ਨੇ ਉਹਨਾਂ ਤੋਂ ਖੋਹ ਲਿਆ ਸੀ। ਅਤੀਤ ਵਿੱਚ ਝਾਕਦੇ ਹੋਏ ਮਨੋਹਰ ਲਾਲ ਜੀ ਨੂੰ ਬੀਤੇ ਸਮੇਂ ਦੀ ਯਾਦਾਂ ਭੈਣੇ ਦਰਦ ਦਾ ਅਨੁਭਵ ਕਰਾਉਣ ਲੱਗੀ। ਅੱਖਾਂ ਤੋਂ ਨਿਕਲਦੇ ਹੰਝੂਆਂ ਨੇ ਉਹਨਾਂ ਦੇ ਕੁੜਤੇ ਦੇ ਉੱਪਰੀ ਭਾਗ ਨੂੰ ਗਿੱਲਾ ਕਰ ਦਿੱਤਾ ਸੀ। ਸੋਚਣ ਲੱਗੇ 5 ਦਿਨ ਪਹਿਲਾਂ ਜਦ ਮਾਂ ਦੀ ਮੌਤ ਦੀ ਖਬਰ ਭੇਜੀ ਜਾ ਚੁੱਕੀ ਸੀ, ਫਿਰ ਵੀ ਪੁੱਤ ਨੂੰ ਦਾ ਕੋਈ ਅਤਾ ਪਤਾ ਨਹੀਂ। ਇਸ 5 ਦਿਨ ਦੇ ਅੰਦਰ ਉਹਨਾਂ ਨੇ ਇੱਕ ਪਲ ਕਿਵੇਂ ਕੱਟਿਆ, ਉਹਨਾਂ ਦੀ ਹਾਲਤ ਸਾਫ਼ ਬਿਆਨ ਕਰ ਰਹੀ ਸੀ। ਆਪਣੀ ਪਤਨੀ ਦੇ ਜਾਣੇ ਦਾ ਗਮ ਅਤੇ ਬੱਚਿਆਂ ਦੀ ਅਣਗਹਿਲੀ ਝੇਲਦੇ ਮਨੋਹਰ ਲਾਲ ਜੀ ਛੱਤ ਪਰ ਟਹਿਲ ਰਹੇ ਸੀ। ਛੱਤ ਦੇ ਚੁਬਾਰੇ ਤੋਂ ਹੇਠਾਂ ਵਿਹੜੇ ਵੱਲ ਦੇਖਿਆ ਅਤੇ ਸੋਚਣ ਲੱਗੇ, ਇਸ ਵਿਹੜੇ ਵਿੱਚ ਹੀ ਸ਼ਾਰਦਾ ਦਾ ਬੇਪਰਵਾਹ ਹਾਸਾ ਗੂੰਜਦਾ ਸੀ। ਇੱਥੇ ਸਾਡੇ ਪੁੱਤ ਦਾ ਬਚਪਨ ਬੀਤਿਆ। ਇਹ ਵਿਹੜਾ ਤਾਂ ਸਾਡੇ ਹੱਸਦੇ ਖੇਡਦੇ ਪਰਿਵਾਰ ਦੇ ਹਾਸੇ ਦੀਆਂ ਆਵਾਜ਼ਾਂ ਦਾ ਗਵਾਹ ਹੋਇਆ ਕਰਦਾ ਸੀ। ਆਪਣੀ ਪੁਰਾਣੀ ਯਾਦਾਂ ਵਿੱਚ ਗੁਆਚੇ ਮਨੋਹਰ ਲਾਲ ਜੀ ਦੇ ਵਿਚਾਰਾਂ ਪਰ ਵਿਰਾਮ ਲੱਗ ਗਿਆ। ਜਿਵੇਂ ਹੀ ਪਿੰਡ ਦੇ ਵਿੱਚ ਤੋਂ ਹੋ ਕੇ ਜਾਣੇ ਵਾਲੀ ਸੜਕ ਤੋਂ ਕਿਸੇ ਗੱਡੀ ਦੀ ਜ਼ੋਰਦਾਰ ਬ੍ਰੇਕ ਦੀ ਆਵਾਜ਼ ਆਈ। ਆਪਣੇ ਪੁੱਤ ਦੇ ਆਉਣੇ ਦੀ ਆਸ਼ਾ ਲਈ ਉਹਨਾਂ ਨੇ ਗੱਡੀ ਵੱਲ ਦੇਖਿਆ ਤਾਂ ਕੋਲ ਵਾਲੇ ਸ਼ਰਮਾ ਜੀ ਦਾ ਪੁੱਤ ਉਸ ਗੱਡੀ ਵਿੱਚ ਤੋਂ ਉਤਰ ਰਿਹਾ ਸੀ, ਜੋ ਗੁੜਗਾਂਵ ਵਿੱਚ ਨੌਕਰੀ ਕਰਦਾ ਹੈ। ਉਸ ਨੂੰ ਦੇਖ ਕੇ ਸੋਚਣ ਲੱਗੇ ਕਿ ਸਭ ਦੇ ਬੱਚੇ ਕੁਝ ਦਿਨਾਂ ਦੀ ਨੌਕਰੀ ਦੇ ਬਾਅਦ ਆਪਣੇ ਮਾਤਾ ਪਿਤਾ ਨਾਲ ਮਿਲਣ ਆਉਂਦੇ ਹਨ। ਇੱਕ ਉਹ ਹੀ ਬਦਕਿਸਮਤ ਹਨ ਜਿਨ੍ਹਾਂ ਦੇ ਪੁੱਤ ਨੇ ਉਹਨਾਂ ਨੂੰ ਇਸ ਹਾਲਤ ਵਿੱਚ ਵੀ ਇਕੱਲਾ ਛੱਡ ਦਿੱਤਾ ਹੈ। ਦੁੱਖ ਦੇ ਅਥਾਹ ਸਾਗਰ ਵਿੱਚ ਡੁੱਬੇ ਮਨੋਹਰ ਲਾਲ ਜੀ ਕੁਝ ਦੇਰ ਵਿੱਚ ਛੱਤ ਤੋਂ ਹੇਠਾਂ ਉਤਰ ਆਏ ਤਾਂ ਦੇਖਿਆ ਸ਼ਰਮਾ ਜੀ ਦਾ ਪੁੱਤ ਸ਼ਾਰਦਾ ਜੀ ਦੇ ਲਈ ਅਫਸੋਸ ਪ੍ਰਗਟ ਕਰਨ ਆਇਆ ਹੋਇਆ ਸੀ। ਹੁਣ ਤਾਂ ਮਨੋਹਰ ਲਾਲ ਜੀ ਨੂੰ ਆਪਣੀ ਪਰਵਰਿਸ਼ ਪਰ ਵੀ ਘਿਣ ਆਉਣ ਲੱਗੀ ਸੀ। ਬਾਹਰ ਨਿਕਲ ਕੇ ਆਪਣੇ ਪੁੱਤ ਦੇ ਆਉਣੇ ਦੀ ਆਸ ਨਾਲ ਇੱਕ ਵਾਰ ਫਿਰ ਸੜਕ ਦਾ ਮੁਆਇਨਾ ਕਰਨ ਨਿਕਲੇ ਤਾਂ ਦੇਖਿਆ ਦੂਰ ਦੂਰ ਤੱਕ ਸਨਾਟਾ ਪਸਰਿਆ ਸੀ ਅਤੇ ਫਿਰ ਤੋਂ ਕੰਬਦੀ ਲੱਤਾਂ ਦੇ ਨਾਲ ਉਹ ਅੰਦਰ ਆ ਗਏ। ਆਪਣੀ ਮਾਂ ਦੀ 13ਵੀਂ ਪਰ ਜਦ ਰਾਹੁਲ ਆਪਣੀ ਪਤਨੀ ਅਤੇ ਬੱਚਿਆਂ ਦੇ ਨਾਲ ਪਿੰਡ ਪਹੁੰਚਿਆ ਤਾਂ ਪਿੰਡ ਵਿੱਚ ਚਾਰੋਂ ਤਰਫ ਹੈਰਾਨ ਕਰ ਦੇਣ ਵਾਲਾ ਸਨਾਟਾ ਪਸਰਿਆ ਹੋਇਆ ਸੀ। ਪਿੰਡ ਦੀ ਗਲੀਆਂ ਤੇ ਚੁਰਾਹੇ ਜਿੱਥੇ ਹਰ ਪਲ ਲੋਕਾਂ ਦੀ ਚਹਿਲ ਪਹਿਲ ਲੱਗੀ ਰਹਿੰਦੀ ਸੀ, ਅੱਜ ਸੁੰਨਸਾਨ ਪਿਆ ਸੀ। ਕਿਤੇ ਬੱਚੇ ਵੀ ਖੇਲਦੇ ਨਜ਼ਰ ਨਹੀਂ ਆ ਰਹੇ ਸੀ। ਜਿੱਥੇ ਕਿਤੇ ਇੱਕ ਦੋ ਪਿੰਡ ਵਾਲੇ ਨਜ਼ਰ ਵੀ ਆਏ ਤਾਂ ਦੇਖਿਆ ਉਹਨਾਂ ਦੀ ਨਜ਼ਰਾਂ ਉਸ ਨੂੰ ਇਵੇਂ ਦੇਖ ਰਹੀ ਸੀ ਜਿਵੇਂ ਉਹ ਕੋਈ ਅਪਰਾਧੀ ਹੋ ਜਿਸਨੇ ਬਹੁਤ ਬੜਾ ਅਪਰਾਧ ਕੀਤਾ ਹੈ। ਜਿਵੇਂ ਹੀ ਉਹ ਲੋਕ ਘਰ ਪਰ ਪਹੁੰਚੇ ਤਾਂ ਦੇਖਿਆ ਘਰ ਦੇ ਵਿਹੜੇ ਵਿੱਚ ਲੋਕਾਂ ਦੀ ਭੀੜ ਜੁਟੀ ਹੋਈ ਸੀ। ਅੱਗੇ ਵਧਿਆ ਤਾਂ ਸਾਰੇ ਪਿੰਡ ਵਾਲਿਆਂ ਦੀ ਹੈਰਾਨੀ ਭਰੀ ਨਜ਼ਰਾਂ ਉਸ ਨੂੰ ਦੋਸ਼ੀ ਮਹਿਸੂਸ ਕਰ ਰਹੀ ਸੀ। ਅੰਦਰ ਆ ਕੇ ਦੇਖਿਆ ਤਾਂ ਵਿਹੜੇ ਵਿੱਚ ਉਸਦੇ ਪਿਤਾ ਨੂੰ ਫਰਸ਼ ਪਰ ਲੇਟਾਇਆ ਜਾ ਰਿਹਾ ਸੀ ਅਤੇ ਉਹਨਾਂ ਪਰ ਸਫੇਦ ਕਫਨ ਪਾਇਆ ਜਾ ਰਿਹਾ ਸੀ। ਉਸਦੇ ਕੁਝ ਬੋਲਣੇ ਤੋਂ ਪਹਿਲਾਂ ਹੀ ਉਸਦੇ ਪਿਤਾ ਜੀ ਦੇ ਇੱਕ ਦੋਸਤ ਨੇ ਉਸਦੇ ਹੱਥ ਵਿੱਚ ਇੱਕ ਚਿੱਠੀ ਫੜਾ ਦਿੱਤੀ ਅਤੇ ਬੋਲੇ, ਪੁੱਤ ਇਹ ਤੇਰੇ ਪਿਤਾ ਜੀ ਨੇ ਤੇਰੇ ਲਈ ਲਿਖੀ ਸੀ। ਚਿੱਠੀ ਦਿੰਦੇ ਹੋਏ ਉਹਨਾਂ ਦੀ ਘੂਰਦੀ ਨਿਗਾਹ ਰਾਹੁਲ ਨੂੰ ਅੰਦਰ ਤੱਕ ਹਿਲਾ ਰਹੀ ਸੀ। ਉਸਦੇ ਪਿਤਾ ਜੀ ਨੇ ਉਸਦੇ ਲਈ ਚਿੱਠੀ ਵਿੱਚ ਕਿਆ ਲਿਖਿਆ ਹੈ, ਇਹ ਜਾਣਨੇ ਦੇ ਲਈ ਉਸਨੇ ਜਿਵੇਂ ਹੀ ਚਿੱਠੀ ਖੋਲ੍ਹੀ ਤਾਂ ਸਭ ਤੋਂ ਉੱਪਰ ਲਿਖਿਆ ਹੋਇਆ ਸੀ, ਮੇਰੇ ਪਿਆਰੇ ਪੁੱਤ, ਸਦਾ ਖੁਸ਼ ਰਹਿਣਾ। ਮੈਨੂੰ ਨਹੀਂ ਪਤਾ ਕਿ ਮੈਂ
ਤੇਰੇ ਨਾਲ ਮਿਲਣੇ ਦੇ ਲਈ ਮੈਂ ਜਿਉਂਦਾ ਵੀ ਬਚੂੰਗਾ ਜਾਂ ਨਹੀਂ। ਅਤੇ ਵੈਸੇ ਵੀ ਜਾਨ ਤਾਂ ਮੇਰੀ ਉਸੇ ਦਿਨ ਨਿਕਲ ਗਈ ਸੀ ਜਿਸ ਦਿਨ ਤੇਰੀ ਮਾਂ, ਜੋ ਹਰ ਸੁੱਖ ਦੁੱਖ ਵਿੱਚ ਮੇਰਾ ਸਹਾਰਾ ਸੀ, ਮੈਨੂੰ ਛੱਡ ਕੇ ਗਈ ਸੀ। ਪਰ ਤੂੰ ਮੇਰਾ ਇਕਲੌਤਾ ਪੁੱਤ, ਮੇਰਾ ਆਪਣਾ ਹੁੰਦੇ ਹੋਏ ਵੀ ਮੇਰੇ ਤੋਂ ਇੰਨਾ ਪਰਾਇਆ ਕਿਵੇਂ ਹੋ ਗਿਆ? ਇਹ ਗੱਲ ਮੇਰੀ ਸਮਝ ਤੋਂ ਬਾਹਰ ਹੈ। ਤੇਰੀ ਮਾਂ ਜਿਸਨੇ ਤੈਨੂੰ ਪਾਲ ਪੋਸ ਕੇ ਬੜਾ ਕੀਤਾ, ਤੇਰੀ ਇੱਕ ਝਲਕ ਨੂੰ ਪਾਉਣੇ ਦੇ ਲਈ ਵੀ ਅੰਤਿਮ ਸਾਹ ਤੱਕ ਤੇਰਾ ਇੰਤਜ਼ਾਰ ਕਰਦੀ ਰਹੀ, ਪਰ ਤੂੰ ਨਾ ਆਇਆ। ਆਪਣਾ ਮਕਾਨ ਅਤੇ ਆਪਣੀ ਨੌਕਰੀ ਤੈਨੂੰ ਆਪਣੀ ਮਾਂ ਤੋਂ ਵੀ ਜ਼ਿਆਦਾ ਜ਼ਰੂਰੀ ਲੱਗ ਰਹੀ ਸੀ। ਆਪਣੀ ਬਿਮਾਰ ਮਾਂ ਦਾ ਹਾਲ ਚਾਲ ਪੁੱਛਣਾ ਤਾਂ ਬਹੁਤ ਦੂਰ ਦੀ ਗੱਲ ਹੈ, ਤੂੰ ਉਸਦੇ ਅੰਤਿਮ ਸੰਸਕਾਰ ਤੱਕ ਵੀ ਨਹੀਂ ਪਹੁੰਚ ਪਾਇਆ। ਤੂੰ ਕਹਿਣੇ ਭਰ ਨੂੰ ਤਾਂ ਸਾਨੂੰ ਦਾਦਾ ਦਾਦੀ ਬਣਾ ਦਿੱਤਾ, ਪਰ ਕਦੀ ਸਾਡੇ ਪੋਤਾ ਪੋਤੀ ਨੂੰ ਗੋਦ ਵਿੱਚ ਖਿਲਾਣੇ ਤੱਕ ਦਾ ਮੌਕਾ ਨਾ ਦੇ ਸਕੇ। ਸ਼ਾਇਦ ਸਾਡੀ ਹੀ ਕਿਸਮਤ ਦਾ ਕਸੂਰ ਸੀ, ਜਾਂ ਫਿਰ ਸਾਡੇ ਦੁਆਰਾ ਦਿੱਤੇ ਗਏ ਸੰਸਕਾਰਾਂ ਵਿੱਚ ਦੋਸ਼ ਸੀ, ਜੋ ਤੂੰ ਸਾਡੇ ਚਿਹਰੇ ਦੀ ਗਹਿਰਾਤੀ ਲਕੀਰਾਂ ਨੂੰ ਵੀ ਪੜ੍ਹ ਨਾ ਪਾਏ, ਸਾਡੇ ਦਿਲ ਵਿੱਚ ਉੱਭਰਦੇ ਦੁੱਖ ਦੇ ਭਾਵ ਨੂੰ ਸਮਝ ਨਾ ਪਾਏ। ਚਿੱਠੀ ਨੂੰ ਪੜ੍ਹਦੇ ਪੜ੍ਹਦੇ ਹੀ ਰਾਹੁਲ ਵਿੱਚ ਰੁਕ ਗਿਆ। ਚਿੱਠੀ ਵਿੱਚ ਕੁਝ ਸ਼ਬਦ ਫਿੱਕੇ ਹੋ ਚੁੱਕੇ ਸੀ। ਸ਼ਾਇਦ ਪਿਤਾ ਜੀ ਦੇ ਹੰਝੂਆਂ ਨੇ ਉਹਨਾਂ ਨੂੰ ਧੁੰਦਲਾ ਕਰ ਦਿੱਤਾ ਸੀ। ਫਿਰ ਤੋਂ ਰਾਹੁਲ ਨੇ ਚਿੱਠੀ ਪੜ੍ਹਨੀ ਸ਼ੁਰੂ ਕੀਤੀ। ਪੁੱਤ, ਮੇਰੀ ਭਗਵਾਨ ਨੂੰ ਪ੍ਰਾਰਥਨਾ ਹੈ ਕਿ ਜੋ ਦੁੱਖ ਸਾਨੂੰ ਇਸ ਅਵਸਥਾ ਵਿੱਚ ਝੇਲਣੇ ਪਏ, ਐਸੇ ਦੁੱਖ ਭਗਵਾਨ ਕਿਸੇ ਹੋਰ ਮਾਤਾ ਪਿਤਾ ਨੂੰ ਨਾ ਦਿਖਾਵੇ। ਪਰ ਸਾਡੇ ਸਮਾਜ ਵਿੱਚ ਅੱਜ ਕੱਲ੍ਹ ਬਜ਼ੁਰਗਾਂ ਦੀ ਸਥਿਤੀ ਨੂੰ ਦੇਖਦੇ ਹੋਏ ਮੈਂ ਮਹਿਸੂਸ ਕੀਤਾ ਹੈ ਕਿ ਮੇਰੇ ਜੈਸੇ ਬਹੁਤ ਸਾਰੇ ਬੁੱਢੇ ਮਾਤਾ ਪਿਤਾ ਐਸੇ ਹਨ ਜਿਨ੍ਹਾਂ ਨੂੰ ਤੇਰੇ ਜੈਸੀ ਔਲਾਦ ਦੇ ਕਾਰਨ ਨਰਕ ਤੋਂ ਵੀ ਬਦਤਰ ਜ਼ਿੰਦਗੀ ਜੀਣੀ ਪੈ ਰਹੀ ਹੈ। ਇਸ ਲਈ ਮੈਨੂੰ ਮਾਫ਼ ਕਰਨਾ, ਕਿਉਂਕਿ ਮੈਂ ਆਪਣੀ ਸਾਰੀ ਜ਼ਮੀਨ ਅਤੇ ਇਹ ਮਕਾਨ ਬਿਰਧ ਆਸ਼ਰਮ ਨੂੰ ਦਾਨ ਕਰ ਦਿੱਤਾ ਹੈ। ਪਰ ਮੇਰੀ ਇਹ ਦਿਲ ਤੋਂ ਇੱਛਾ ਹੈ ਕਿ ਜੈਸਾ ਤੂੰ ਸਾਡੇ ਨਾਲ ਕੀਤਾ ਹੈ, ਵੈਸਾ ਤੇਰੇ ਨਾਲ ਨਾ ਹੋ। ਆਪਣੇ ਜੀਵਨ ਦੇ ਅੰਤਿਮ ਸਮੇਂ ਨੂੰ ਮੈਂ ਬਹੁਤ ਦੁੱਖ ਵਿੱਚ ਗੁਜ਼ਾਰਿਆ ਹੈ। ਅੱਜ ਮੈਂ ਆਪਣੇ ਜੀਵਨ ਦਾ ਸਭ ਤੋਂ ਬੜਾ ਫੈਸਲਾ ਲੈਣ ਜਾ ਰਿਹਾ ਹਾਂ। ਮੈਂ ਤੇਰੇ ਤੋਂ ਆਪਣੇ ਸਰੀਰ ਨੂੰ ਅੱਗ ਲਾਉਣ ਦਾ ਅਧਿਕਾਰ ਖੋਹਦਾ ਹਾਂ। ਚਿੱਠੀ ਪੜ੍ਹਦੇ ਹੋਏ ਰਾਹੁਲ ਦੇ ਹੱਥ ਅਤੇ ਆਵਾਜ਼ ਕੰਬਣ ਲੱਗੇ ਸੀ, ਪਰ ਫਿਰ ਵੀ ਉਸਨੇ ਪੜ੍ਹਨਾ ਜਾਰੀ ਰੱਖਿਆ। ਚਿੱਠੀ ਵਿੱਚ ਅੱਗੇ ਲਿਖਿਆ ਸੀ, ਵੈਸੇ ਵੀ ਅਸੀਮ ਦੁੱਖਾਂ ਨੂੰ ਝੇਲਦੇ ਹੋਏ ਜਲ ਤਾਂ ਮੈਂ ਪਹਿਲਾਂ ਹੀ ਚੁੱਕਾ ਸੀ। ਇਹ ਸਰੀਰ ਦਾ ਸਿਰਫ ਦਿਖਾਵਾ ਮਾਤਰ ਹੈ। ਪੁੱਤ, ਤੂੰ ਆਪਣੀ ਮਾਂ ਦੀ ਤਾਂ ਅੰਤਿਮ ਇੱਛਾ ਪੂਰੀ ਨਾ ਕਰ ਪਾਏ, ਪਰ ਮੈਂ ਚਾਹੁੰਦਾ ਹਾਂ ਕਿ ਤੂੰ ਮੇਰੀ ਇਹਨਾਂ ਇੱਛਾਵਾਂ ਦਾ ਸਤਿਕਾਰ ਕਰਦੇ ਹੋਏ ਮੇਰੀ ਮ੍ਰਿਤਕ ਸਰੀਰ ਨੂੰ ਕਿਸੇ ਹਸਪਤਾਲ ਨੂੰ ਦਾਨ ਕਰ ਦੇ, ਤਾਂ ਕਿ ਇਹ ਪੁਰਾਣੀ ਸਰੀਰ ਕਿਸੇ ਲੋੜਵੰਦ ਦੇ ਕੰਮ ਆ ਜਾਵੇ। ਹੋ ਸਕੇ ਤਾਂ ਮੈਨੂੰ ਮਾਫ਼ ਕਰਨਾ। ਚਿੱਠੀ ਨੂੰ ਪੜ੍ਹ ਕੇ ਰਾਹੁਲ ਦੇ ਚਿਹਰੇ ਪਰ ਅਸੀਮ ਦੁੱਖ ਦੇ ਭਾਵ ਤੈਰਨ ਲੱਗੇ। ਆਪਣੇ ਗੋਡਿਆਂ ਦੇ ਭਾਰ ਬੈਠ ਕੇ ਜ਼ੋਰ-ਜ਼ੋਰ ਨਾਲ ਰੋਣ ਲੱਗਾ, ਪਰ ਹੁਣ ਇਸ ਪਛਤਾਵੇ ਦੇ ਲਈ ਬਹੁਤ ਦੇਰ ਹੋ ਚੁੱਕੀ ਸੀ। ਬਾਹਰ ਤੋਂ ਐਂਬੂਲੈਂਸ ਦੀ ਆਵਾਜ਼ ਆਈ ਅਤੇ ਉਸਦੇ ਪਿਤਾ ਦੇ ਮ੍ਰਿਤਕ ਸਰੀਰ ਨੂੰ ਚੁੱਕ ਕੇ ਲੈ ਜਾਇਆ ਜਾਣ ਲੱਗਾ। ਇੱਕ-ਇੱਕ ਕਰਕੇ ਸਾਰੇ ਰਿਸ਼ਤੇਦਾਰ ਅਤੇ ਪਿੰਡ ਵਾਲੇ ਵੀ ਵਾਪਿਸ ਚਲੇ ਗਏ। ਸਟੋਰੀ ਕਿਵੇਂ ਲੱਗੀ ਜੀ? ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਧੰਨਵਾਦ ਜੀ।